ਵਾਹਿਗੁਰੂ ਗੁਰੂ ਨੇ ਮਾਣਿਓ ਕਿ ਮਾਨ ਗੁਰੂ ਨੇ ਤਾਣਿਓ ਕਿ ਤਾਨ ਗੁਰੂ ਨੇ ਉਠਿਓ ਕਿ ਓਟ ਨੇ ਆਸਰਿਓ ਕਿ ਆਸਰੇ ਤੇਰੇ ਕਮਨ ਕਮਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਰੋਚ ਗੁਰੂ ਗਰੇ ਬਨਵਾਜ ਨਿਵਾਜ ਨਿਵਾਜ ਗੁਰੂ ਗਰੇ ਬਨਵਾਜ। ਸੋ ਗੁਰੂ ਪਿਆਰੇ ਸਾਧ ਸੰਗਤ ਜੀ ਵਡਭਾਗੇ ਜਾਣ ਹੋ ਗੁਰੂ ਘਰ ਦੇ ਪ੍ਰੇਮੀ ਸਰਦਾਰ ਜਸਵੰਤ ਸਿੰਘ ਜੀ, ਬੀਬੀ ਜਸਵੀਰ ਕੌਰ ਜੀ, ਜਿਨ੍ਹਾਂ ਨੇ ਆਪਣੇ ਸਪੁੱਤਰ ਸਰਦਾਰ ਹਰਦੀਪ ਸਿੰਘ, ਬੀਬੀ ਕਿਰਨਪ੍ਰੀਤ ਕੌਰ ਜੀ, ਉਹਨਾਂ ਦੇ ਪਤੀ ਜੋ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਸਨ, ਇਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਮਿੱਠੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਸਤਿਗੁਰੂ ਜੀ ਦਾ ਓਟ ਆਸਰਾ ਲਿਆ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ, ਸੁਖ ਬਖਸ਼ਣ ਵਾਲੀ ਬਾਣੀ, ਮਿੱਠੀ ਬਾਣੀ, ਜਨਮ ਮਰਨ ਨੂੰ ਕੱਟ ਦੇਣ ਵਾਲੀ ਬਾਣੀ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ। ਜਿਸ ਮਨ ਬਸੈ ਹੈ ਸੁਣੈ ਲਾਏ ਪ੍ਰੀਤ, ਗੁਰੂ ਕਰੇ ਮਨ ਵਿੱਚ ਵਸ ਜਾਵੇ। ਬੜੇ ਪਿਆਰ ਦੇ ਨਾਲ, ਪ੍ਰੀਤ ਦੇ ਨਾਲ ਪੜ੍ਹੀਏ, ਸੁਣੀਏ ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਤਿਸ ਪ੍ਰਭ ਆਵੈ ਹਰ ਪ੍ਰਭ ਚੀਤ। ਉਹਨਾਂ ਦੇ ਚਿੱਤਲੇ ਵਿੱਚ ਵਾਹਿਗੁਰੂ ਅਕਾਲ ਪੁਰਖ ਯਾਦ ਆਉਂਦਾ ਹੈ। ਫਿਰ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਪ੍ਰਭੂ ਪਰਮਾਤਮਾ ਹਿਰਦੇ ਵਿੱਚ ਯਾਦ ਆਉਂਦਾ ਹੈ, ਫਿਰ ਜਨਮ ਮਰਨ ਤਾਂ ਕਾ ਦੁੱਖ ਨਿਵਾਰੈ। ਜਨਮ ਮਰਨਾਂ ਦੇ ਜੋ ਦੁੱਖ ਹਨ ਉਹ ਮਿਟ ਜਾਂਦੇ ਹਨ। ਦੁਲਭ ਦੇ ਤਤਕਾਲ ਉਧਾਰੈ। ਜੋ ਪ੍ਰਭੂ ਪਰਮਾਤਮਾ ਨੇ ਸਾਨੂੰ ਇਹ ਦੁਲਭ ਦੇ ਦਿੱਤੀ ਹੈ। ਦੁਲਭ ਕਿਉਂ ਹੈ? 184 ਭਰਮ ਥਿਆਂ ਦੁਲਭ ਜਨਮ ਅਬ ਪਾਇਓ। ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਤੇਰੀ ਜਿਹੜੀ ਦੇਹ ਵੇ, ਇਹਦਾ ਤਤਕਾਲ ਖਿਣ ਦੇ ਵਿੱਚ ਹੀ ਉਧਾਰ ਹੋ ਜਾਵੇਗਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੁਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੀ ਮਿੱਠੀ ਯਾਦ ਵਿੱਚ ਆਪ ਬਾਣੀ ਸਰਵਣ ਕੀਤੀ ਹੈ, ਕੀਰਤਨ ਸਰਵਣ ਕਰ ਰਹੇ ਹੋ ਕਿ ਸਤਿਗੁਰੂ ਜੀ ਕਿਰਪਾ ਕਰਨ। ਅਰਦਾਸ ਕਰਨੀ ਹੈ ਕਿ ਸਰਦਾਰ ਹਰਦੀਪ ਸਿੰਘ ਜੀ ਨੂੰ ਆਤਮਿਕ ਸ਼ਾਂਤੀ ਸਤਿਗੁਰੂ ਬਖਸ਼ਿਸ਼ ਕਰਕੇ ਆਪਣੇ ਪਾਵਨ ਪਵਿੱਤਰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ। ਪਿੱਛੇ ਪਰਿਵਾਰ ਨੂੰ, ਸਾਥ ਸੰਬੰਧੀਆਂ ਨੂੰ ਸਤਿਗੁਰੂ ਜੀ ਮਿੱਠਾ ਭਾਣਾ ਮੰਨਣ ਦਾ ਫਲ ਬਖਸ਼ਿਸ਼ ਕਰਨ ਸਤਿਗੁਰੂ ਜੀ। ਰਾਮ ਗਇਓ ਰਾਮ ਨ ਗਇਓ, ਜਾਂ ਕੋ ਬਹੁ ਪਰਵਾਰ। ਕਹੋ ਨਾਨਕ ਫਿਰ ਕਛ ਨਹੀਂ,
सुपने जो संसार, चिंता तो कीजिए जो अनहोनी होए। यह मार्ग संसार को नानक फिर नहीं कोई। जो उपजो सो बिनस है, जो आया सो चल सिंह। जो उपजो सो बिनस है, पर आज कै काल। नानक हर गुण गाए ले, नानक हर गुण गाए ले। छाड़ सगल जंजाल, झूठी देखी प्रीत जगत में। झूठी देखी प्रीत, झूठी देखी प्रीत, झूठी देखी प्रीत, झूठी देखी प्रीत जगत में। झूठी देखी प्रीत, झूठी देखी प्रीत। अपने ही सुख स्यो सब लागे, क्या दारा क्या मीता। अपने ही सुख स्यो सब लागे, क्या दारा क्या मीत। क्या दारा क्या मीत, झूठी देखी प्रीत, झूठी देखी प्रीत, झूठी देखी प्रीत जगत में।
अंत काल संगी न है को। अंत काल संगी न है को, अचरज है रीता। अंत काल संगी न है को, अचरज है रीता। अचरज है रीता, झूठी देखी प्रीत, झूठी देखी प्रीत। अपने ही सुख स्योग पावे, क्या दार क्या में। अपने ही सुख सब लागे, क्या दार क्या में। क्या दार क्या मीत, झूठी देखी प्रीत, झूठी देखी प्रीत, झूठी देखी प्रीत। जगत में झूठी देखी प्रीत, झूठी देखी प्रीत, झूठी देखी प्रीत। मन मूर्ख जो न समझत, मन मूर्ख जो न समझत, सिख तुम्हारे नीता। मन मूर्ख जो न समझत, सिख दे हारे नीत, सिख दे हारे नीत, सिख दे हारे नीत। झूठी देखी प्रीत, जगत में झूठी देखी प्रीत, झूठी देखी प्रीत, झूठी देखी प्रीत। नानक भोजन पार परै, नानक भोजन पार परै, जो गावै प्रभ के गीत। नानक भोजन पार
ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੌਵੇਂ ਪਾਤਸ਼ਾਹ, ਉਹਨਾਂ ਦਾ ਇਹ ਪਾਵਨ ਸ਼ਬਦ ਹੈ। ਸਤਿਗੁਰੂ ਜੀ ਕਹਿੰਦੇ ਨੇ, ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ। ਇਸ ਜਗਤ ਦੀ ਜੋ ਪ੍ਰੀਤ ਹੈ ਇਹ ਝੂਠੀ ਹੈ, ਪਰ ਮਨੁੱਖ ਸਮਝਦਾ ਨਹੀਂ। ਸਤਿਗੁਰੂ ਜੀ ਕਹਿੰਦੇ ਨੇ, ਜੇ ਪ੍ਰੀਤ ਕਰਨੀ ਹੈ ਤੇ ਉਸ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੀਤ ਕਰ। ਉਹਦੀ ਜੋ ਪ੍ਰੀਤ ਹੈ, ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਪ੍ਰਭ ਕੀ ਪ੍ਰੀਤ ਦੁੱਖ ਲੱਗੇ ਨਾ ਕੋਏ। ਸੁਖਾਂ ਦਾ ਨਿਵਾਸ ਹੋਵੇਗਾ ਤੇਰੇ ਅੰਦਰ, ਦੁੱਖਾਂ ਦਾ ਨਾਸ਼ ਹੋਵੇਗਾ। ਜੇ ਤੂੰ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੀਤ ਕਰੇਗਾ ਤੇ ਉਹ ਵੀ ਤੇਰੇ ਨਾਲ ਪ੍ਰੀਤ ਕਰੇਗਾ। ਮੋਹ ਲਾਗਣ ਸਿਉ ਪ੍ਰੀਤ ਬਣੀ, ਤੋਰੀ ਨਾ ਟੁੱਟੈ ਸ਼ੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ। ਤੇ ਪ੍ਰੀਤ ਕਿਵੇਂ ਕਰਨੀ ਹੈ? ਸੱਚੀ ਪ੍ਰੀਤ ਕਰਨੀ ਹੈ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੇ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਕਿ ਐਸੀ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੀਤ ਕਰ। ਹੁਣ ਮਛਲੀ ਦੀ ਪਾਣੀ ਦੇ ਨਾਲ ਬਹੁਤ ਪ੍ਰੀਤ ਹੈ। ਜੋ ਮਛਲੀ ਬਿਨ ਪਾਣੀਆਂ ਕਿਉਂ ਜੀਵਨ ਪਾਵੇ। ਉਹਦੇ ਤੋਂ ਬਿਨਾਂ ਉਹਦਾ ਜੀਵਨ ਨਹੀਂ। ਹੁਣ ਸਾਧ ਸੰਗਤ ਜੀ, ਮੱਛੀ ਦੀ ਪ੍ਰੀਤ ਜਲ ਦੇ ਨਾਲ ਹੈ, ਪਰ ਜਲ ਦੀ ਪ੍ਰੀਤ ਮੱਛੀ ਨਾਲ ਨਹੀਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਇੱਕ ਪਾਸੇ ਦੀ ਪ੍ਰੀਤ ਹੈ, ਇਹ ਪ੍ਰੀਤ ਝੂਠੀ ਹੈ। ਜਗਤ ਦੀ ਝੂਠ ਪ੍ਰੀਤੀ ਹੈ, ਪਰ ਜਿਹੜੀ ਆਪਾਂ ਸਤਿਗੁਰ ਦੇ ਨਾਲ ਪ੍ਰੀਤ ਕਰਨੀ ਹੈ ਨਾ, ਉਹ ਸੱਚੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਪ੍ਰਭੂ ਪਰਮਾਤਮਾ ਦੇ ਨਾਲ ਆਪਾਂ ਪ੍ਰੀਤ ਕਰਾਂਗੇ ਨਾ, ਤੇ ਉਹ ਵੀ ਸਾਡੇ ਨਾਲ ਪ੍ਰੀਤ ਕਰੇਗਾ। ਤੇ ਸਤਿਗੁਰੂ ਜੀ ਕਹਿੰਦੇ ਨੇ, ਆਪਣੇ ਹੀ ਸੁਖ ਆਪਣੇ ਹੀ ਸੁਖ ਸਿਉ ਸਭ ਲਾਗੇ। ਹਰੇਕ ਕੋਈ ਮਨੁੱਖ ਕਿਸੇ ਦੇ ਵਿੱਚੋਂ ਆਪਣਾ ਸੁਖ ਭਾਲਦਾ। ਜੇ ਮਾਫ ਕਰਨਾ ਕੋਈ ਨੌਕਰ ਰੱਖੇਗਾ, ਉਹ ਜ਼ਿਆਦਾ ਵੱਧ ਤੋਂ ਵੱਧ ਕੰਮ ਨਹੀਂ ਨਾ ਕਰੇਗਾ ਤਾਂ ਉਸ ਨੂੰ ਢਾ ਦੇਵੇਗਾ, ਕਿਉਂਕਿ ਉਹ ਕੰਮ ਨਹੀਂ ਕਰਦਾ। ਉਹਨੂੰ ਮਤਲਬ ਹੈ ਸਿਰਫ ਉਹਦੇ ਕੰਮ ਨਾਲ ਪ੍ਰੀਤ ਹੈ, ਉਹਦੇ ਕੰਮ ਨਾਲ। ਤੇ ਜੇ ਉਹਦੇ ਵਿੱਚ ਉਹਦਾ ਆਪਣਾ ਸੁੱਖ ਹੈ ਤੇ ਫਿਰ ਉਹਦੇ ਨਾਲ ਬੜਾ ਪਿਆਰ ਕਰੇਗਾ। ਤੂੰ ਚੰਗਾ ਹੈ, ਤੈਨੂੰ ਛੁੱਟੀ ਨਹੀਂ ਦੇਣੀ, ਤੂੰ ਜਾ ਨਹੀਂ ਸਕਦਾ, ਤੂੰ ਸਾਡੇ ਕੋਲ ਉੱਥੋਂ ਹਟ ਨਹੀਂ ਸਕਦਾ। ਤੇ ਸਤਿਗੁਰੂ ਜੀ ਕਹਿੰਦੇ ਨੇ, ਕਿਆ ਦਾਰਾ ਕਿਆ ਮੀਤ, ਕਿਆ ਤੇਰੇ ਮਿੱਤਰ ਨੇ ਸਭ ਤੇਰੇ ਵਾਸਤੇ। ਜੇ ਤੂੰ ਉਹਨਾਂ ਲਈ ਕੁਛ ਕਰਨਾ ਤੇ ਤੇਰੀ ਪ੍ਰੀਤ ਹੈ ਉਹਦੇ ਨਾਲ, ਤੇ ਜੇ ਤੂੰ ਉਹਨਾਂ ਲਈ ਕੁਛ ਨਹੀਂ ਕਰਦਾ ਤੇ ਫਿਰ ਤੈਨੂੰ ਵੇਖਦੇ ਵੀ ਨਹੀਂ। ਜੋ ਸਰਦਨ ਨਿਰਦਨ ਕਹਿ ਜਾਏ, ਦਿਆ ਆਦਰ ਲਿਆ ਬੁਲਾਏ। ਜਦੋਂ ਨਿਰਦਨ ਦੇ ਕੋਲ ਇੱਕ ਚੰਗਾ ਧਨਾੜ ਆਦਮੀ ਜਾਂਦਾ ਹੈ ਤੇ ਉਹ ਉਹਦੇ ਨਾਲ ਬੜਾ ਪਿਆਰ ਕਰਦਾ ਹੈ। ਕਿਉਂ ਕਰਦਾ? ਕਿ ਅਮੀਰ ਬੰਦਾ ਹੈ, ਸ਼ਾਇਦ ਇਹਦੇ ਕੋਲੋਂ ਕੁਛ ਨਾ ਕੁਛ ਪ੍ਰਾਪਤ ਹੋ ਜਾਵੇ। ਤੇ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ, ਜੋ ਨਿਰਦਨ ਸਰਦਨ ਕਹਿ ਜਾਏ, ਆਗੇ ਬੈਠਾ ਪੀਠ ਪਰਾਏ। ਜਦੋਂ ਗਰੀਬ ਬੰਦਾ ਅਮੀਰ ਕੋਲ ਜਾਂਦਾ ਨਾ, ਤੇ ਉਹ ਵੇਖ ਕੇ ਉਹਨੂੰ ਪਿੱਛੇ ਹੀ ਕਰ ਲੈਂਦਾ ਵੀ ਇਹਦੇ ਨਾਲ ਕੀ ਮਿਲਣਾ, ਇਹਦੇ ਕੋਲੋਂ ਕੀ ਲੈਣਾ, ਇਹ ਤੇ ਕੁਛ ਮੰਗੋ ਹੀ ਮੰਗੇਗਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਸਤਿਗੁਰੂ ਜੀ ਕਹਿੰਦੇ ਨੇ, ਨਿਰਦਨ ਸਰਦਨ ਦੋਨੋਂ ਭਾਈ। ਉਹ ਨਿਰਦਨ ਜੋ ਹੈ ਤੇ ਅਮੀਰ ਹੈ ਤੇ ਬੰਦੇ ਇੱਕੋ ਹੀ ਨੇ ਨਾ। ਭਰਾ ਹੀ ਵੇਖ ਲਓ, ਇੱਕ ਚੰਗਾ ਅਮੀਰ ਹੋਵੇਗਾ, ਦੂਜਾ ਗਰੀਬ ਹੋਵੇਗਾ, ਇੱਕ ਦੂਜੇ ਦੀ ਕਦੇ ਨਹੀਂ ਬਣੇਗੀ। ਤੇ ਸਤਿਗੁਰੂ ਜੀ ਕਹਿੰਦੇ ਨੇ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ,
मेरो मेरो सबा कहत है हित स्यो बांधो जीत। मेरी मेरी सारे करते हैं, आ भी मेरा है, वो भी मेरा है, ये सब कुछ मेरा ही है। ये सतगुरु जी की बाणी कहती है मेरी मेरी क्या करै जिन दिया सो प्रभ लोड़। मेरी मेरी छड़ दे, जिन्हें तेनों मनुखा जन्म दिता है उसकी लोड़ महसूस कर, उस नाल प्यार कर। सर पर छड़ी जासना लख जासी लाख, सर पर उठी चलना छड़ जासी लाख करोड़। चाहे तू लखा करोड़ा जोड़े हैं सारा कुछ ही इतने तू छड़ जाना। इस करके तू मेरी मेरी करनी छड़ दे। ते सतगुरु जी कहते ने मेरो 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 कैरो करते दुर्योधन से पाई, 12 जोजन छतर तला था देही गिरजन खाई। मेरी मेरी कैरों की कहते सी पांडवां नूं 1 इंच भी धरती नहीं देनी। ते कहते ने 12 जोजन जो लड़ाई हुई ते उन्हां दीआं देहां नूं गिरजां ने खादा। सतनाम श्री वाहिगुरू। इस करके सतगुरु जी कहते ने ये मनुख मेरी मेरी छड़ दे। ते सतगुरु जी कहते ने सारे मेरी मेरी करते हैं, पर उन्होंने ये नहीं पता अंत काल संगी नह को ये चर्ज है रीत। अंत वेले तेरे नाल किसी ने नहीं जाना, नागे आवना नागे जाना, कोई न रह है राजा राणा। सारिया ने एक दिन जाना है पर कल ही जाना है। कि सतगुरु जी कहते ने अंत काल संगी ने कहू तेरे नाल नहीं किसी ने जाना। चलत है रीत मन मूर्ख अजो हूं नह समझत, सिख दे हारियो नीत। कहते सिक्ख्या ते रोज ही मिलती है, पता भी है, पर जड़ा माने ना ये मूर्ख है, ये समझदा नहीं। इन्हें जिन्ना मर्जी इनू समझा लो मन अमोड़ है, समझदा नहीं। सतगुरु जी कहते ने कि सतगुरु जी कहते ने अंतरी तो पवित्र जे प्रभु परमात्मा नाल तो प्रीत करेगा ना, जे प्रभु परमात्मा के गीत गावेगा ते तो भौजल तो पार हो जाएगा। तेरा जन्म जो है वो सफला हो जाएगा। सतगुरु जी फरमान करते हैं नानक भौजल पार पर जो गावे प्रभ के गीत, गावे प्रभ के गीत, गावे प्रभ के गीत। झूठी देखी प्रीत जगत में, झूठी देखी प्रीत, झूठी देखी प्रीत, झूठी देखी प्रीत, झूठी देखी प्रीत। वाहिगुरू। मन मन सांसूरे हक है, जे होए मरण परवानो, होए मरण परवानो, होए मरण परवानो। सूरे से आगे अखियां
ਤਾਰੂ ਸਿੰਘ ਦੀ ਸ਼ਹੀਦੀ ਹੋਈ ਹੈ। ਤੇ ਉਹਨਾਂ ਨੇ ਕਿਹਾ ਸੀ ਕਿ ਗੁਰੂ ਘਰ ਵਿੱਚ ਕਿਸੇ ਨੇ ਭਾਈ ਤਾਰੂ ਸਿੰਘ ਦਾ ਜ਼ਿਕਰ ਨਹੀਂ ਕੀਤਾ, ਕਿਉਂਕਿ ਦੋ ਵੀਕਾਂ ਦਾਸ ਨੇ ਕੀਰਤਨ ਨਹੀਂ ਕੀਤਾ, ਨਹੀਂ ਤੇ ਸ਼ਾਇਦ ਜ਼ਿਕਰ ਹੋ ਜਾਂਦਾ। ਭਾਈ ਤਾਰੂ ਜੀ ਗੁਰੂ ਕੇ ਸੱਚੇ ਸਿੱਖ, ਸੇਵਾ ਕਰਨ ਵਾਲੇ, ਪੂਲੇ ਦੇ ਵਿੱਚ ਜਨਮੇ, 25 ਸਾਲ ਦੀ ਉਮਰ ਹੈ। ਤੇ ਕਹਿੰਦੇ ਨੇ ਉਹ ਸਮਾਂ ਐਸਾ ਸੀ ਜਦੋਂ ਮੁਗਲਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਵਾਏ। ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸਨ, ਉਹਨਾਂ ਤੇ ਹਮਲੇ ਕਰਕੇ ਫੌਜਾਂ ਜਾ ਕੇ ਉਹਨਾਂ ਦਾ ਕੰਨ ਕਾਟ ਉਜਾੜ ਦਿੱਤਾ ਤੇ ਸਿੱਖ ਜੰਗਲਾਂ ਵਿੱਚ ਰਹਿਣ ਲੱਗ ਪਏ। ਘੋੜੀਆਂ ਦੇ ਕਾਠੀਆਂ ਤੇ ਰਹਿੰਦੇ ਨੇ ਸਿੱਖ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੀ ਕਹਿੰਦੇ ਨੇ ਭਾਈ ਤਾਰੂ ਜੀ 25 ਸਾਲ ਦੀ ਉਮਰ ਹੈ, ਨੌਜਵਾਨ ਹਨ, ਦਗਦਗ ਕਰਦਾ ਚਿਹਰਾ ਹੈ ਤੇ ਨਿਹੰਗ ਸਿੰਘ ਹਨ। ਕੀ ਕਹਿੰਦੇ ਨੇ ਹੱਟੀ ਜੱਪੀ ਤੱਪੀ ਸੁੱਚੇ ਸੂਰੇ ਨਿਹੰਗ ਸਿੰਘ ਜੀ ਸਨ। ਤੇ ਇੱਕ ਦਿਨ ਆਪਣੀ ਮਾਤਾ ਨੂੰ ਕਹਿਣ ਲੱਗੇ, ਮਾਤਾ ਜੋ ਜੰਗਲਾਂ ਵਿੱਚ ਸਾਡੇ ਭਰਾ ਗੁਰੂ ਕੇ ਸਿੱਖ ਠੰਡੀਆਂ ਰਾਤਾਂ ਕੱਢਦੇ ਨੇ, ਖਾਣ ਨੂੰ ਉਹਨਾਂ ਨੂੰ ਕੁਛ ਨਹੀਂ ਮਿਲਦਾ, ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਨੇ, ਤੇ ਸਾਡਾ ਫਰਜ਼ ਵੀ ਬਣ ਜਾਂਦਾ ਹੈ ਕਿ ਉਹਨਾਂ ਦੀ ਸੇਵਾ ਕਰੀਏ। ਸਤਿਗੁਰੂ ਜੀ ਕਹਿੰਦੇ ਨੇ ਸੇਵਾ ਕਰਤ ਹੋਏ ਨੇ ਕਾਮੇ, ਇਸ ਕੋ ਹੋਤ ਪ੍ਰਾਪਤ ਸੁਆਮੀ। ਮਾਂ ਜਿਹੜੀ ਸੀ ਭਾਈ ਤਾਰੂ ਜੀ ਦੀ, ਬਹੁਤ ਭਜਨ ਬੰਦਗੀ ਵਾਲੀ ਬੀਬੀ, ਸੇਵਾ ਭਾਵਨਾ ਵਾਲੀ ਬੀਬੀ, ਪਤੀ ਸਿਰ ਤੇ ਨਹੀਂ, ਇੱਕ ਬੱਚੀ ਲੜਕੀ ਤੇ ਇੱਕ ਭਾਈ ਤਾਰੂ ਸਿੰਘ ਜੀ, ਦੋ ਔਲਾਦਾਂ ਹਨ। ਇਹ ਕਹਿਣ ਲੱਗਾ, ਮਾਤਾ ਤੂੰ ਸਵੇਰੇ ਇਸ ਤਰ੍ਹਾਂ ਕਰੀ, ਜਿੰਨੇ ਵੀ ਭੜੋਲੀ ਵਿੱਚ ਦਾਣੇ ਨੇ ਨਾ, ਉਹਨਾਂ ਦੀ ਪੀਸਣਾ ਕਰਨ ਦਾ ਆਟਾ ਬਣਾ, ਨਾਲ ਤੌੜੀ ਦਾਲ ਦੀ ਬਣਾ, ਲੰਗਰ ਤਿਆਰ ਕਰ, ਤੇ ਮੈਂ ਜੰਗਲ ਦੇ ਵਿੱਚ ਜਾ ਕੇ ਸਿੱਖਾਂ ਦੀ ਸੇਵਾ ਕਰਨੀ ਹੈ। ਹੁਣ ਕਹਿੰਦੇ ਹਨ ਭਾਈ ਤਾਰੂ ਜੀ ਸੇਵਾ ਕਰਦਿਆਂ ਜਦੋਂ ਲੋਕਾਂ ਨੇ ਵੇਖਿਆ ਕਿ ਭਾਈ ਤਾਰੂ ਜੀ ਸੇਵਾ ਕਰਦੇ ਹਨ, ਤੇ ਗੁਰੂ ਕੇ ਸਿੱਖ ਹੋਰ ਵੀ ਉਹਨਾਂ ਦੇ ਨਾਲ ਰਲ ਕੇ, ਜਿੱਥੇ ਇੱਕ ਤਵੀ ਤਪਦੀ ਸੀ, ਥੋੜੇ ਪ੍ਰਸ਼ਾਦੇ ਲੈ ਕੇ ਜਾਂਦੇ ਸਨ, ਉੱਥੇ ਲੋਹ ਤਪਣ ਲੱਗ ਪਈ ਤੇ ਦੇਗ ਦੀ ਜਿਹੜੀ ਦਾਲ ਹੈ ਉਹ ਬਦਲਣ ਲੱਗ ਪਈ। ਤੇ ਕਹਿੰਦੇ ਨੇ ਇੱਕ ਦਿਨ ਖਾਨ ਬਹਾਦਰ ਜ਼ਕਰੀਆ ਖਾਨ, ਇਹਦਾ ਦਰਬਾਰ ਲੱਗਾ ਹੋਇਆ, ਇਹ ਕਹਿਣ ਲੱਗਾ ਕਿ ਵੇਖੋ ਮੇਰੀ ਕਿੰਨੀ ਤਾਕਤ ਹੈ, ਮੈਂ ਸਿੱਖ ਜਿਹੜੇ ਹਨ ਚੁਣ ਚੁਣ ਕੇ ਮਾਰ ਦਿੱਤੇ ਹਨ, ਤੇ ਜੇ ਕੋਈ ਰਹਿੰਦਾ ਵੀ ਹੈ ਜੰਗਲਾਂ ਵਿੱਚ ਰਹਿੰਦਾ ਹੈ, ਨਾ ਉਹਨਾਂ ਦਾ ਘਰ ਨਾ ਘਾਟ, ਨਾ ਉਹਨਾਂ ਨੂੰ ਖਾਣ ਨੂੰ ਨਾ ਪੀਣ ਨੂੰ, ਤੇ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹਨ, ਫਿਰ ਵੀ ਅਜੇ ਆਏ ਹਨ। ਮੇਰਾ ਦਿਲ ਕਰਦਾ ਕਿ ਮੈਂ ਕੱਲੇ ਨੂੰ ਚੁਣ ਚੁਣ ਕੇ ਖਤਮ ਕਰ ਦਿਆਂ, ਇਹਨਾਂ ਦੀ ਨਸਲ ਖਤਮ ਕਰ ਦਿਆਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੀ ਕਹਿੰਦੇ ਨੇ ਹਰ ਭਗਤ ਨਰਿੰਜਨ, ਇਹ ਵੀ ਉਹ ਸਭਾ ਵਿੱਚ ਬੈਠਾ ਹੋਇਆ ਹੈ। ਇਹ ਜ਼ਕਰੀਆ ਖਾਨ ਨੂੰ ਕਹਿਣ ਲੱਗਾ ਕਿ ਜਿੰਨਾ ਚਿਰ ਉਸ ਸਿੱਖਾਂ ਦੀ ਸੇਵਾ ਕਰਨ ਵਾਲੇ ਪਿੰਡਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ। ਉਹ ਸਿੱਖ ਐਸੇ ਨੇ, ਆਪ ਭਾਵੇਂ ਤਨ ਤੇ ਕੱਪੜਾ ਪਾਟਿਆ ਪਾ ਲੈਣ, ਪਰ ਜਿਹੜਾ ਕੋਈ ਨਵਾਂ ਕੱਪੜਾ ਆਵੇਗਾ ਉਹ ਸਿੰਘਾਂ ਨੂੰ ਜੰਗਲ ਦੇ ਵਿੱਚ ਦੇ ਕੇ ਆਉਂਦੇ ਨੇ। ਇੱਥੋਂ ਤੱਕ ਕਿ ਇੱਕ ਸਿੱਖ ਭਾਈ ਤਾਰੂ ਜੀ ਕਹਿੰਦੇ ਉਹ ਰੋਜ਼ ਹੀ ਪ੍ਰਸ਼ਾਦੇ ਬਣਾ ਕੇ ਪੰਡਾਂ ਦੀਆਂ ਪੰਡਾਂ ਦਾਲਾਂ ਲੈ ਕੇ ਤੇ ਜਾ ਕੇ ਸਿੱਖਾਂ ਦੀ ਸੇਵਾ ਕਰਦਾ ਹੈ। ਤੇ ਕਹਿੰਦੇ ਜਦੋਂ ਜ਼ਕਰੀਆ ਖਾਨ ਨੇ ਇਹ ਸੁਣਿਆ,
ਕਹਿਣ ਲੱਗਾ ਮੈਂ ਤੇ ਇਹਨਾਂ ਦਾ ਖੁਰਾ ਖੋਜ ਮਟਾਉਣ ਨੂੰ ਕਰਨਾ ਪਿਆ ਤੇ ਇਹ ਫਿਰ ਜੰਗਲਾਂ ਵਿੱਚ ਜਾ ਕੇ ਸੇਵਾ ਕਰੀ ਜਾਂਦੇ ਨੇ। ਇਸ ਤਰ੍ਹਾਂ ਤੇ ਵੱਧਦੇ ਜਾਣਗੇ, ਖਤਮ ਨਹੀਂ ਹੋਣਗੇ। ਗੱਲ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫੌਜਾਂ ਭੇਜ ਦਿੱਤੀਆਂ। ਪੂਲੇ ਜਾ ਕੇ ਫੌਜਾਂ ਗਈਆਂ ਨੇ, ਕੀ ਦੇਖਦੀਆਂ ਨੇ ਕਿ ਭਾਈ ਤਾਰੂ ਸਿੰਘ ਦੇ ਘਰ ਲੰਗਰ ਤਿਆਰ ਹੋ ਰਿਹਾ, ਲੋਹਾਂ ਤਪ ਰਹੀਆਂ ਨੇ, ਦੇਗਾਂ ਉਬਲ ਰਹੀਆਂ ਨੇ, ਦਾਲਾਂ ਬਣ ਰਹੀਆਂ ਨੇ। ਇਹਨਾਂ ਨੇ ਜਾ ਕੇ ਬੜੇ ਰੋਹ ਦੇ ਨਾਲ ਸਰਕਾਰੀ ਹਾਕਮ ਹਨ ਕਹਿਣ ਲੱਗੇ ਭਾਈ ਤਾਰੂ ਕਿੱਥੇ ਹੈ? ਮਾਤਾ ਅਸੀਂ ਉਸ ਨੂੰ ਫੜਨ ਆਏ ਹਾਂ। ਤੇ ਮਾਤਾ ਬੜੇ ਸਲੀਕੇ ਦੇ ਨਾਲ ਹੱਥ ਜੋੜ ਕੇ ਕਹਿਣ ਲੱਗੀ ਪੁੱਤਰ ਤੁਸੀਂ ਸਿੰਘਾਂ ਦੇ ਘਰ ਆਏ ਹੋ, ਸਿੱਖ ਦੇ ਘਰ ਆਏ ਹੋ, ਪਹਿਲੇ ਜਲ ਪਾਨ ਕਰੋ, ਨਹੀਂ ਤੇ ਪ੍ਰਸ਼ਾਦਾ ਪਿਆਲਦਾ ਪ੍ਰਸ਼ਾਦਾ ਛਕੋ, ਫੇਰ ਸਾਡੇ ਨਾਲ ਗੱਲ ਕਰਿਓ। ਮੈਂ ਇਹ ਨਹੀਂ ਪੁੱਛਦੀ ਕਿਉਂ ਤੁਸੀਂ ਆਏ ਹੋ, ਪਹਿਲੇ ਆਪਣੀ ਸੇਵਾ ਦੱਸੋ, ਅਸੀਂ ਤੁਹਾਡੀ ਸੇਵਾ ਕਰੀਏ ਕਿਉਂਕਿ ਤੁਸੀਂ ਸਿੱਖਾਂ ਦੇ ਘਰ ਆਏ ਹੋ। ਜੀ ਕਹਿੰਦੇ ਜਿਹੜਾ ਉਹਨਾਂ ਜਾਓ ਜਲਾਲ ਸੀ ਨਾ, ਜਿਹੜੇ ਫੜਨ ਆਏ ਢਿੱਲੇ ਪੈ ਗਏ। ਕਹਿੰਦੇ ਤੇ ਸਾਡੀ ਮਾਤਾ ਨਾਲੋਂ ਵੀ ਚੰਗਾ ਸਾਨੂੰ ਪੁੱਛਣਾ ਕਰਦੀ ਹੈ। ਮਨ ਦੇ ਵਿੱਚ ਤਰਸ ਆ ਗਿਆ। ਜਿੱਦਾਂ ਪਹਿਲੋਂ ਆ ਕੇ ਬੋਲੇ, ਬੜੇ ਕੜਕੇ ਬੋਲੇ ਤੇ ਕਹਿਣ ਲੱਗੇ ਅਸੀਂ ਸਾਰੇ ਪਰਿਵਾਰ ਨੂੰ ਫੜਨ ਆਏ ਹਾਂ। ਫਿਰ ਜਦੋਂ ਵੇਖਿਆ ਵੀ ਮਾਤਾ ਬੜਾ ਸੇਵਾ ਭਾਵਨਾ ਵਾਲੀ ਹੈ, ਕਹਿਣ ਲੱਗੇ ਮਾਤਾ ਬੇਨਤੀ ਇਹ ਵੇ ਕਿ ਸਰਕਾਰੀ ਹੁਕਮ ਹੈ, ਤੇਰੇ ਪੁੱਤਰ ਭਾਈ ਤਾਰੂ ਨੇ ਸਰਕਾਰੀ ਹੁਕਮ ਨਹੀਂ ਮੰਨਿਆ। ਇਹ ਜਾ ਕੇ ਦੁਸ਼ਮਣਾਂ ਨੂੰ, ਮੁਗਲ ਨੇ ਜਿਹੜੇ ਸਿੱਖ ਜਗ੍ਹਾ ਤੋਂ ਡਰ ਕੇ ਜੰਗਲਾਂ ਵਿੱਚ ਛੁਪੇ ਨੇ, ਉਹਨਾਂ ਨੂੰ ਜਾ ਕੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਂਦਾ ਹੈ। ਇਸ ਕਰਕੇ ਹਕੂਮਤ ਦਾ ਇਹਨੇ ਕਿਹਾ ਨਹੀਂ ਮੰਨਿਆ, ਅਸੀਂ ਇਹਨੂੰ ਪਕੜਨ ਆਏ ਹਾਂ ਤੇ ਪਕੜ ਕੇ ਲੈ ਕੇ ਜਾਣਾ ਹੈ। ਭਾਈ ਤਾਰੂ ਸਿੰਘ ਜੀ ਵੀ ਆ ਗਏ, ਕਹਿਣ ਲੱਗੇ ਕੀ ਗੱਲ ਹੈ? ਦੱਸਿਆ ਕਿ ਤੂੰ ਸਰਕਾਰੀ ਹੁਕਮਾਂ ਦੂਲੀ ਕਰਦੇ ਹੈ। ਜ਼ਕਰੀਆ ਖਾਨ ਨੇ ਇਹਨੂੰ ਕਿ ਬਣਾਇਆ ਕਿ ਤੈਨੂੰ ਪਕੜਨ ਆਏ ਹਾਂ। ਤੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਚਲੋ ਮੈਂ ਜਾਣ ਨੂੰ ਤਿਆਰ ਹਾਂ। ਤੇ ਜਦੋਂ ਕਹਿੰਦੇ ਨੇ ਭਾਈ ਤਾਰੂ ਸਿੰਘ ਜੀ ਤਿਆਰ ਹੋਏ ਚੱਲਣ ਨੂੰ, ਤੇ ਮਾਤਾ ਨੇ ਆਖਿਆ ਪੁੱਤਰ ਤੈਨੂੰ ਮੱਖਣਾ ਮਲਾਈਆਂ ਦੇ ਨਾਲ ਪਾਲਿਆ, ਤੇਰੇ ਕੇਸ ਮੈਂ ਦਹੀਂ ਤੇ ਦੁੱਧ ਨਾਲ ਧੋਂਦੀ ਰਹੀ ਹਾਂ, ਤੂੰ ਗੁਰੂ ਦਾ ਸਿੱਖ ਹੈ, ਗੁਰੂ ਦਾ ਲਾਲ ਹੈ, ਧੰਨ ਗੁਰੂ ਗੋਬਿੰਦ ਸਿੰਘ ਦਾ। ਤੇ ਮੈਨੂੰ ਕੋਈ ਮਾੜੀ ਖਬਰ ਨਾ ਆਵੇ ਕਿ ਮੇਰਾ ਪੁੱਤਰ ਜੋ ਹੈ ਉਹ ਸਿੱਖੀ ਤੋਂ ਡੋਲ ਗਿਆ ਹੈ। ਕਹਿਣ ਲੱਗਾ ਮਾਤਾ ਤੂੰ ਇਹ ਫਿਕਰ ਨਾ ਕਰ, ਮੈਂ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹਾਂ। ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਨਾ ਤੇ ਸਾਡਾ ਪਿਤਾ ਜੀ ਗੁਰੂ ਗੋਬਿੰਦ ਸਿੰਘ ਬਣ ਜਾਂਦਾ ਹੈ। ਤੇ ਕਹਿੰਦੇ ਨੇ ਜਦੋਂ ਇਹ ਲੰਗਰ ਜਾ ਕੇ ਸਿੱਖਾਂ ਨੂੰ ਛਕਾਉਂਦਾ ਨਾ, ਤੇ ਸਿੱਖ ਜਿਹੜੇ ਬਜ਼ੁਰਗ ਨੇ ਇਸ ਨੂੰ ਜੰਗਲ ਦੇ ਵਿੱਚ ਸ਼ੀਸ਼ਾਂ ਦਿੰਦੇ ਨੇ। ਕਹਿੰਦੇ ਨੇ ਭਾਈ ਤਾਰੂ ਜੀ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਸਤਿਗੁਰੂ ਜੀ ਕਿਰਪਾ ਕਰਨ, ਤੈਨੂੰ ਛੋਟੇ ਸਾਹਿਬਜ਼ਾਦਿਆਂ ਵਾਂਗਰ ਆਪਣੇ ਨਾਲ ਗੋਦੀ ਦੇ ਵਿੱਚ ਬਿਠਾਉਣ, ਗੁਰੂ ਤੇਰਾ ਰਾਖਾ ਹੋਵੇ, ਤੇਰੇ ਅੰਗ ਸੰਗ ਹੋਵੇ, ਸ਼ੀਸ਼ਾਂ ਦਿੰਦੇ ਨੇ। ਜੀ ਕਹਿੰਦੇ ਨੇ ਜਦੋਂ ਥੋੜੀ ਦੂਰ ਲ ਗਏ, ਪਿੰਡ ਨਿਵਾਸੀ ਕੀ ਹਿੰਦੂ ਕੋਈ ਮੁਸਲਮਾਨ ਸਭ ਨਾਲ ਹਨ ਭਾਈ ਤਾਰੂ ਦੇ, ਕਿਉਂਕਿ ਸੇਵਾ ਭਾਵਨਾ ਵਾਲਾ ਗੁਰਸਿੱਖ ਹੈ। ਜੋ ਭਾਈ ਤਾਰੂ ਜੀ ਨੂੰ ਕਹਿਣ ਲੱਗੇ ਭਾਈ ਤਾਰੂ ਜੀ ਤੁਸੀਂ ਹੁਕਮ ਕਰੋ, ਇਹ 5-7 ਕਰਿੰਦੇ ਹੈਗੇ ਨੇ, ਤੁਹਾਨੂੰ ਫੜ ਕੇ ਲੈ ਕੇ ਚੱਲੇ ਨੇ, ਜੇ ਕਹੋ ਤੇ ਇਹਨਾਂ ਨੂੰ ਇੱਥੇ ਝਟਕਾ ਦਿੰਦੇ ਹਾਂ ਕਿ ਤੁਹਾਨੂੰ ਛੁਡਾ ਲੈਂਦੇ ਹਾਂ, ਅਸੀਂ ਬਹੁ ਗਿਣਤੀ ਵਿੱਚ ਹਾਂ। ਤੇ ਭਾਈ ਤਾਰੂ ਜੀ ਕਹਿਣ ਲੱਗਾ ਨਹੀਂ, ਇਹ ਮੇਰੇ ਗੁਰੂ ਦਾ ਹੁਕਮ ਹੈ। ਕਹਿੰਦੇ ਸਿੱਖੀ ਤੇ ਮਿਲ ਜਾਂਦੀ ਹੈ, ਪਰ ਜਿਹੜੀ ਸ਼ਹਾਦਤ ਹੈ ਨਾ, ਸ਼ਹਾਦਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੀ ਪਹਿਲੀ ਸ਼ਹਾਦਤ ਸ਼ੁਰੂ ਕੀਤੀ ਹੈ, ਇਹ ਕਈ ਜਨਮਾਂ ਤੋਂ ਬਾਅਦ ਮਿਲਦੀ ਹੈ। ਤੇ ਤੁਸੀਂ ਇਹਨਾਂ ਨੂੰ ਕੁਛ ਨਹੀਂ ਕਹਿਣਾ, ਇਹ ਮੇਰੇ ਗੁਰੂ ਦਾ ਹੁਕਮ ਹੈ। ਤਾਂ ਸਾਧ ਸੰਗਤ ਜੀ ਭਾਈ ਤਾਰੂ ਜੀ ਕਹਿਣ ਲੱਗੇ ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਨਾ, ਤੇ ਅੱਜ ਸਾਡੇ ਘਰ ਦੇ ਵਿੱਚ ਇੱਕ ਲੋ ਤਪਦੀ ਹੈ,
ਤੁਸੀਂ ਘਰ ਘਰ ਦੇ ਵਿੱਚ ਲੋਹਾਂ ਤਪਾ ਕੇ ਗੁਰੂ का ਲੰਗਰ ਤਿਆਰ ਕਰਕੇ ਤੇ ਭਾਵੇਂ ਕੋਈ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ ਉਹ ਜਾ ਕੇ ਜਿਹੜੇ ਨਿਰਦੋਸ਼ੇ ਸਿੱਖ ਜੰਗਲਾਂ ਵਿੱਚ ਬੈਠੇ ਨੇ ਉਹਨਾਂ ਦੀ ਸੇਵਾ ਕਰਿਓ ਜੇ। ਤੇ ਮੈਂ ਸਮਝਾਂਗਾ ਤੁਹਾਡੇ ਨਾਲ ਮੇਰਾ ਬਹੁਤ ਪਿਆਰ ਹੈ, ਸੱਚਾ ਪਿਆਰ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਕਹਿੰਦੇ ਨੇ ਭਾਈ ਤਾਰੂ ਜੀ ਫੜ ਕੇ ਲੈ ਗਏ ਨੇ। ਜ਼ਕਰੀਆ ਖਾਨ ਕਹਿਣ ਲੱਗਾ ਤੇਰੇ ਤੇ ਬੜਾ ਵੱਡਾ ਨਿਰਦੋਸ਼ ਹੈ, ਤੂੰ ਜ਼ੁਲਮ ਕਰਦਾ ਹੈ। ਤੂੰ ਜੋ ਬਾਗੀ ਸਿੱਖ ਹੋਏ ਹਨ ਜੰਗਲਾਂ ਵਿੱਚ ਰਹਿੰਦੇ ਹਨ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦਾ ਹੈ, ਉਹਨਾਂ ਨੂੰ ਕੱਪੜੇ ਭੇਜਦਾ ਹੈ, ਉਹਨਾਂ ਦੀ ਸੇਵਾ ਕਰਦਾ ਹੈ ਤੇ ਉਹ ਹਕੂਮਤ ਦੇ ਬਾਗੀ ਨੇ, ਇਸ ਕਰਕੇ ਤੇਰਾ ਜ਼ੁਲਮ ਬੜਾ ਵੱਡਾ ਹੈ। ਇਹ ਦੋ ਗੱਲਾਂ ਨੇ, ਜਾਂ ਤੇ ਤੂੰ ਮੁਸਲਮਾਨ ਬਣ ਜਾ, ਤੈਨੂੰ ਬੜੇ ਬੜੇ ਵੱਡੇ ਅਹੁਦੇ ਮਿਲਣਗੇ, ਤੈਨੂੰ ਬੇਗਮਾਂ ਬਖਸ਼ਿਸ਼ ਕੀਤੀਆਂ ਜਾਣਗੀਆਂ, ਤੇਰੀਆਂ ਸ਼ਾਦੀਆਂ ਰਚਾਈਆਂ ਜਾਣਗੀਆਂ, ਤੇਰਾ ਬੜਾ ਵੱਡਾ ਅਹੁਦਾ ਹੋਵੇਗਾ, ਤੇ ਤੂੰ ਸਿੱਖੀ ਛੱਡ ਦੇ। ਭਾਈ ਤਾਰੂ ਜੀ ਕਹਿਣ ਲੱਗੇ ਮੇਰੇ ਗੁਰੂ ਦਾ ਹੁਕਮ ਹੈ ਕਿ ਸਿੱਖੀ ਸਦੇ ਕੇਸਾਂ ਸਵਾਸਾਂ ਨਾਲ ਨਿਭਾਉਣਾ, ਮੈਂ ਸਿੱਖੀ ਨਹੀਂ ਛੱਡ ਸਕਦਾ। ਤੇ ਕਹਿਣ ਲੱਗਾ ਜਿਹੜੀ ਤੂੰ ਸਿੱਖੀ ਦੀ ਗੱਲ ਕਰਦਾ ਨਾ, ਮੈਂ ਕਹਿੰਦਾ ਜੁੱਤੀਆਂ ਮਾਰ ਮਾਰ ਕੇ ਤੇਰੇ ਜਿਹੜੇ ਨੇ ਕੇਸ ਨੇ ਵਾਲ ਨੇ ਉਡਾ ਦਿਆਂਗਾ, ਝਾੜ ਦਿਆਂਗਾ। ਤੇ ਭਾਈ ਤਾਰੂ ਜੀ ਬਾਣੀ ਪੜ੍ਹਨ ਵਾਲੇ ਗੁਰੂ ਕੇ ਸੱਚੇ ਸੁੱਚੇ ਸਿੱਖ ਹਟੇ ਜਪੇ ਤਪੇ ਸੱਚੇ ਸਿੱਖ, ਉਹ ਕਹਿਣ ਲੱਗੇ ਜ਼ਕਰੀਆ ਖਾਨ ਤੂੰ ਕਹਿੰਦਾ ਨਾ ਮੈਂ ਜੁੱਤੀ ਦੇ ਨਾਲ ਤੇਰੇ ਕੇਸ ਜਿਹੜੇ ਨੇ ਝਾੜ ਦਵਾਂਗਾ, ਤੇ ਤੂੰ ਯਾਦ ਰੱਖ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਕਰਕੇ ਕਹਿਣਾ ਕਿ ਤੈਨੂੰ ਮੈਂ ਜੁੱਤੀ ਦੇ ਅੱਗੇ ਲਾ ਕੇ ਨਾ ਤੇ ਨਰਕਾਂ ਦੇ ਵਿੱਚ ਲੈ ਕੇ ਜਾਣਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਗੁਰੂ ਕੇ ਸਿੱਖ ਭਾਈ ਤਾਰੂ ਨੇ ਇਹ ਬਚਨ ਕੀਤਾ ਹੈ। ਇਹ ਕਹਿਣ ਲੱਗੇ ਜਦੋਂ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਕੇਸਾਂ ਦੀ ਇੱਜ਼ਤ ਕਰਦਾ, ਜਿਹੜੇ ਕੇਸ ਕਟਾਉਣੇ ਨਹੀਂ ਚਾਹੁੰਦਾ, ਤੇ ਜੇ ਕੇਸ ਨਹੀਂ ਨਾ ਕਟਾਉਣੇ ਚਾਹੁੰਦਾ ਤੇ ਕਹਿਣ ਲੱਗੇ ਇਹਦੀ ਖੋਪਰੀ ਉਤਾਰ ਦਿਓ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਕਹਿੰਦੇ ਨੇ ਜਦੋਂ ਉਹਨਾਂ ਨੇ ਨਾਈ ਭੇਜੇ ਪਹਿਲੇ ਕੇਸ ਕੱਟਣ ਲਈ, ਹੁਣ ਕਈ ਕਹਿੰਦੇ ਨੇ ਜੀ ਉਹ ਲੋਹੇ ਦੀਆਂ ਤਾਰਾਂ ਬਣ ਗਈਆਂ ਨੇ, ਤਾਰਾਂ ਨਹੀਂ ਬਣੀਆਂ। ਕਹਿੰਦੇ ਨੇ ਕਿ ਭਾਈ ਤਾਰੂ ਸਿੰਘ ਦੇ ਮੂੰਹ ਤੇ ਇਤਨਾ ਜਲਾਲ ਸੀ, ਬਾਣੀ ਪੜ੍ਹ ਪੜ੍ਹ ਕੇ ਇਤਨਾ ਜਲਾਲ ਸੀ, ਜਦੋਂ ਅੱਖ ਭਰ ਕੇ ਕਿਸੇ ਵੱਲ ਵੇਖਦਾ ਸੀ ਨਾ ਉਹਨੂੰ ਕੰਬਣੀ ਛਿੜ ਜਾਂਦੀ ਸੀ। ਤੇ ਜਦੋਂ ਨਾਈਆਂ ਨੇ ਵੇਖਿਆ ਭਾਈ ਤਾਰੂ ਦੇ ਗੁੱਸੇ ਨਾਲ, ਕਹਿੰਦੇ ਉਹਨਾਂ ਨੇ ਕੈਂਚੀਆਂ ਸੁੱਟਦੀਆਂ, ਕਹਿੰਦੇ ਅਸੀਂ ਇਹ ਕੰਮ ਨਹੀਂ ਕਰਨਾ। ਫਿਰ ਕਹਿੰਦੇ ਮੋਚੀ ਬੁਲਾਇਆ ਗਿਆ ਤੇ ਮੋਚੀ ਨੇ ਸਾਹਮਣੇ ਤਿੱਖੀਆਂ ਜਿਹੜੀਆਂ ਸੰਦ ਨੇ ਉਹ ਕੀਤੇ ਖੋਪਰੀ ਲਾਉਣ ਵਾਸਤੇ। ਤੇ ਸਾਧ ਸੰਗਤ ਜੀ ਕਹਿੰਦੇ ਨੇ ਭਾਈ ਤਾਰੂ ਜੀ ਅੱਖਾਂ ਬੰਦ ਕਰਕੇ ਉਸ ਪ੍ਰਭੂ ਪਰਮਾਤਮਾ ਦਾ ਧਿਆਨ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਦੀ ਆਰਾਧਨਾ ਕਰਦੇ ਹਨ। ਤੇ ਕਹਿੰਦੇ ਹਨ ਜਦੋਂ ਉਹਨਾਂ ਨੇ ਰੰਬੀ ਜਿਹੜੀ ਹੈ ਖੋਪਰੀ ਮੱਥੇ ਦੇ ਉੱਤੇ ਰੱਖ ਕੇ ਥੋੜਾ ਮਾਰਿਆ, ਤੇ ਜੋ ਥੋੜਾ ਮਾਰਦੇ ਨੇ ਤੇ ਭਾਈ ਸਾਹਿਬ ਗੁਰੂ ਨੂੰ ਯਾਦ ਕਰਦੇ ਨੇ, ਬਾਣੀ ਪੜ੍ਹਦੇ ਨੇ, ਮੂੰਹ ਤੇ ਲਾਲੀ ਆਈ ਜਾਂਦੀ ਹੈ, ਕੋਈ ਸ਼ਿਕਵਾ ਨਹੀਂ ਗੁਲਾ ਨਹੀਂ। ਤੇ ਕਹਿੰਦੇ ਨੇ ਜਦੋਂ ਮੱਥੇ ਤੇ ਰੰਬੀ ਰੱਖ ਕੇ ਮਾਰੀ ਤੇ ਨਾਲ ਹੀ ਚੀਰਾ ਦੇ ਕੇ ਕੰਨਾਂ ਵੱਲ ਲੈ ਗਏ, ਫਿਰ ਇਧਰੋਂ ਮੱਥੇ ਨਾਲ ਲਾ ਕੇ ਦੂਜੇ ਪਾਸੇ ਚੀਰ ਕਰਕੇ ਗਿੱਚੀ ਤੋਂ ਖੋਪੜੀ ਲਾ ਦਿੱਤੀ। ਤੇ ਕਹਿੰਦੇ ਨੇ ਜਦੋਂ ਖੋਪੜੀ ਲਾਈ ਤੇ ਉਸੇ ਵੇਲੇ ਖਾਨ ਬਹਾਦਰ ਜ਼ਕਰੀਆ ਉਹਦਾ ਪਿਸ਼ਾਬ ਬੰਦ ਹੋ ਗਿਆ, ਢਿੱਡ ਆਫਰ ਗਿਆ। ਹੁਣ ਉਹ ਬੜਾ ਦੁਖੀ ਹੁੰਦਾ ਹੈ, ਚੀਕਾਂ ਮਾਰਦਾ ਹੈ, ਦਰਦਾਂ ਹੁੰਦੀਆਂ ਨੇ, ਤੇ ਮਨ ਦੇ ਵਿੱਚ ਸੋਚਦਾ ਮੈਂ ਸੱਚੇ ਸਿੱਖ ਗੁਰੂ ਦੇ ਨਾਲ ਇਤਨਾ ਪਾਪ ਕੀਤਾ ਹੈ ਕਿ ਉਹਦੇ ਜੂਦੇ ਦੀ ਖੋਪਰੀ ਲਾ ਦਿੱਤੀ ਹੈ, ਤੇ ਖਰੇ ਮੈਨੂੰ ਸਜ਼ਾ ਇਸ ਦੀ ਮਿਲੀ ਹੈ। ਤੇ ਸਾਧ ਸੰਗਤ ਜਦੋਂ ਮਨ ਪਛਤਾਵਾ ਕਰਨ ਲੱਗਾ
कि कहते ने इसने वेखिया कि हुण मेरा ये इलाज कौन करेगा। कहते बड़े बड़े हकीम, बड़े बड़े डॉक्टर, वैद बुलाए गए ते किसी कोलों भोरा जो है आराम नहीं आया। ते फिर कहते ने इन्होंने भाई सुबेग सिंह जी, भाई सुबेग सिंह जी वो सन जिन्होंने बाद विच दिल्ली हुकूमत ने चरखड़ियां ते चढ़े, चरखड़ियां ते चढ़ के शहीदी पाई। वो भाई सुबेग सिंह जकरिया खान ने उन्होंने सद्या, कह लगे भी मेरे कोलों बड़ी वग्या हो गई है, हुण मैनूं दसो कि मैं की करां, बड़े दुखों की प्राप्ति है, ये जो दुख मैनूं लग्या छुटकारा नहीं मिलदा। ते भाई सुबेग सिंह जी कहन लगे कि ये तो जो जुल्म किया है इसकी सजा तेनों मिलेगी, पर एक इलाज है। भाई सुबेग सिंह जी कहन लगे ते जकरिया खान का किहड़ा इलाज है? इहदा जिहड़ा तुसीं गुरु के सिख नूं कहा सी ना कि ते जुत्तियां मार मार के तेरे केस जिहड़े ने कतल कर देने ने, सारे झाड़ देने ने, ਉਹੀ जुत्ती लिया के तुसीं ਉਹਨੇ आख्या सी कि तैनूं जुत्ती दे नाल अगे लैके जावांगा, ਉਹ जुत्ती लिया के अपने सिर च मारो, शायद तुहानूं कोई फायदा होवे। ते कहंदे ने जदों जुत्ती लिआंदी गई भाई साहब दे चरणां दी, ते जदों सिर दे विच जकरिया खान दे जुत्ती मारदे ने ना ते ਉਹਨੂੰ बड़ा ही आनंद प्राप्त होंदा है। दुख जिहड़ा है वो इदां लगदा जिद्दां हट गया, फिर होण लग पैंदा, फिर जुत्ती मारदे ने। हुण गुरु के सिख ने गुरु नूं हाज़र नाज़र करके बचन कीता सी कि तैनूं जुत्तियां दे अगे ला के लैके जावांगा नरकां नूं। हुण कोई इलाज नहीं, वो जुत्ती मारदे ने। आप कहंदा है सतगुर जी कि मैनूं जुत्तियां जोर जोर दी मारो, कह के आखो सतनाम श्री वाहिगुरू। हुण जुत्तियां वज रहीआं ने कि कहंदे ने भाई तारू सिंह जी 21 दिन उन्हां दी खोपरी रखी रही, 21 दिन जिउंदे रहे, गज के आखो सतनाम श्री वाहिगुरू। ते जकरिया खान 21 दिन कहंदे ने तड़फदा रहा, इहदा कोई इलाज नहीं होया। फिर कहंदे ने भाई साहब ने भाई ने सद्या भाई सुबेग सिंह जी नूं, कहण लगे पहलों इस तरह करो कि लकड़ां दा प्रबंध करो, अंगीठा सजाओ ते नाल ही साडा इशनान कराओ। कहंदे ने लाहौर शहीदी हुई है ते हरमंदर साहिब दा जल इत्थों लिजा के भाई साहब जी दा इशनान कराया। जो खोपरी लथन वेले खूनों खून सारा शरीर भरिया पिया है, दाड़ा भरिया हुआ है, भाई साहब का इशनान करा रहे ने, भाई साहब की बाणी पढ़ रहे ने, गल के आखो सतनाम श्री वाहिगुरू। कहते ने उसे दिन ही जकरिया खान कहता मैंने जोर जोर की जुत्तियां मारो, जोर जोर की जुत्तियां जो मारियां, उहदे प्रबंधकां ने नाल ही उहदी जान निकल गई ते उहदी बंद खलासी हो गई। गल के आखो सतनाम श्री वाहिगुरू। ते इधरों भाई साहब भाई तारू जी ने अपना शरीर जो है वो छड़ दिता ते संगतां ने भाई सुबेग सिंह जी ने उन्हां दा संस्कार किया। अज धन भाई तारू जी हाँ जिन्हां दा आपां रोज ही अरदास दे विच नाम लैंदे हाँ कि जिन्हां ਸਿੰਘਾਂ ਸਿੰਘਣੀਆਂ ने धर्म इस्ते कीते, बंद बंद कराए, चपड़ियां ते चढ़े, आरियां नाल कराए गए, खोपरियां करवाइयां, पर सिੱਖੀ सिदक केसां सुआसा नाल निभाया। केसां दी सतगुरु जी ने बड़ी महत्ता बख्शिश की है। ते माफ करना अज दे जो बच्चे हैं वो आप नाई नूं जाके नाले पैसे दिंदे हैं, नाले केस कटाउंदे हैं ते कन्नां दे विच नथियां पाईयां होईयां हन ते कोई कह देगा कि गुरु के सिख हैं। सार कसूर दस्तार सिर ते दस्तार सजाई होवे, दाड़ा छड्डिया होवे, वेखण वाला कहता कि गुरु का सिख है, पूर्ण गुर सिख है। गल के आखो सतनाम श्री वाहिगुरू। कि सतगुरु जी ने सानू सिक्खी बख्शिश की है। भाई तारू सिंह जी जिस तरह के छोटे साहिबजादे उन्होंने शहीदी पाई
ਪਰ ਆਪਣਾ ਧਰਮ ਨਹੀਂ ਹਾਰਿਆ। ਇਸੇ ਤਰ੍ਹਾਂ ਹੀ ਭਾਈ ਤਾਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣੇ ਤੇ ਉਹਨਾਂ ਦੀ ਗੋਦੀ ਵਿੱਚ ਜਾ ਵਿਰਾਜੇ। ਤੇ ਸਤਿਗੁਰੂ ਜੀ ਕਹਿੰਦੇ ਨੇ ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਵਿਚਾਰ ਕਰ ਸਿੱਖਾ, ਜਿਖ ਬਾਣ ਸਿੱਖੀ ਨਾ ਤਿਆਗ। ਤੋ ਆਪ ਸਤਿਗੁਰੂ ਜੀ ਕਹਿੰਦੇ ਨੇ ਮਰਨ ਮਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪਰਵਾਨੋ, ਸੂਰੇ ਸਹੀ ਆਗੇ ਆਖੀਐ, ਦਰਗਾਹ ਪਾਵੇ ਸਾਚੀ ਮਾਨੋ। ਸੂਰੇ ਉਹੀ ਹਨ ਜਿਹੜੇ ਦਰਗਾਹ ਦੇ ਵਿੱਚ ਜਾ ਕੇ ਮਾਣ ਪਾਉਂਦੇ ਹਨ। ਤੇ ਸਤਿਗੁਰੂ ਜੀ ਕਹਿੰਦੇ ਨੇ ਦਰਗਾਹ ਮਾਣ ਪਾਵੇ ਪਾਸੋਂ ਜਾਵੇ, ਆਗੇ ਦੁੱਖ ਨਾ ਲਾਗੇ। ਅੱਗੇ ਤੈਨੂੰ ਦੁੱਖ ਨਹੀਂ ਲੱਗੇਗਾ, ਮਾਣ ਮਿਲੇਗਾ। ਏਕ ਧਿਆਵੇ ਤਾਂ ਫਲ ਪਾਵੇ, ਜਿਤ ਸੇਵੀਐ ਭਉ ਭਾਗੈ। ਇੱਕ ਗੁਰੂ ਦੀ ਸੇਵਾ ਕੀਤੀ, ਬਾਣੀ ਪੜ੍ਹੀ ਤੇ ਸਾਰੇ ਹੀ ਡਰ ਭਰਮ ਦੂਰ ਹੋ ਗਏ। ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੈ ਜਾਣੋ। ਮੇਰੀ ਮੇਰੀ ਨਹੀਂ ਕੀਤੀ, ਉਚਾਈ ਨਹੀਂ ਵਿਖਾਈ। ਜੋ ਪ੍ਰਭੂ ਪਰਮਾਤਮਾ ਨਿਮਾਣਿਆ ਮਾਨ ਨੀਵਿਆਂ ਨਿਮਾਣ ਆਪੇ ਕਰਦਾ ਹੈ। ਤੇ ਸਾਚੇ ਦਰਗਾਹ ਦੇ ਵਿੱਚ ਉਹੀ ਸਿੱਖ ਪ੍ਰਵਾਨ ਹੁੰਦੇ ਹਨ ਜਿਹੜੇ ਗੁਰੂ ਦੀ ਬਾਣੀ ਪੜ੍ਹਦੇ ਹਨ, ਗੁਰੂ ਦਾ ਬਚਨ ਮੰਨਦੇ ਹਨ। ਆਨੰਦਪੁਰ ਸਾਹਿਬ, ਆਨੰਦਪੁਰ ਦਾ ਨਾਮ ਹੈ। ਆਨੰਦਪੁਰ ਸਾਹਿਬ ਪਹਿਲੇ ਮਾਖੋਵਾਲ ਸੀ ਤੇ ਆਨੰਦ ਦੀ ਪੁਰੀ ਹੈ। ਤੇ ਸਤਿਗੁਰੂ ਜੀ ਨੇ ਜਦੋਂ 5 ਸਿੰਘ ਸਾਜੇ ਨਾ, ਤੇ ਫਿਰ ਉਸ ਗੁਰਦੁਆਰਾ ਸਾਹਿਬ ਦਾ ਨਾਮ ਕੀ ਰੱਖਿਆ? ਕੇਸਗੜ੍ਹ। ਕਿਉਂਕਿ ਉੱਥੇ ਸਤਿਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਿ ਕੇਸ ਗੁਰੂ ਕੀ ਮੋਹਰ ਹਨ, ਕੇਸ ਨਹੀਂ ਕਟਾਉਣੇ। ਇੱਕ ਹਿੰਦੂ ਵੀਰ ਮੈਨੂੰ ਕਹਿਣ ਲੱਗਾ ਇਹ ਕੇਸਾਂ ਵਿੱਚ ਪਿਆ ਕੀ ਹੈ? ਤੇ ਮੈਂ ਕਿਹਾ ਗੱਡੀ ਦੇ ਵਿੱਚ ਸਫ਼ਰ ਕਰ ਰਹੇ ਸਾਂ, ਮੈਂ ਕਿਹਾ ਤੁਹਾਨੂੰ ਪਤਾ ਹੀ ਨਹੀਂ ਕੇਸਾਂ ਵਿੱਚ ਕੀ ਹੈ। ਕਹਿੰਦਾ ਪਹਿਲੇ ਮੈਨੂੰ ਤੁਸੀਂ ਇਹ ਦੱਸੋ। ਮੈਂ ਇਹਨੂੰ ਕਿਹਾ ਮੈਨੂੰ ਇਹ ਦੱਸੋ ਕਿ ਤੁਹਾਡੇ ਸ਼੍ਰੀ ਰਾਮ ਚੰਦਰ ਹੋਏ ਹਨ? ਕਹਿੰਦੇ ਹਾਂਜੀ। ਮੈਂ ਕਿਹਾ ਉਹਨਾਂ ਨੇ ਕੇਸ ਕਟਾਏ ਸਨ? ਤੁਹਾਡੇ ਵੱਡੇ ਵੱਡੇ ਗੁਰੂ ਮਹਾਂਪੁਰਖ ਹੋਏ ਨੇ, ਕਿਸੇ ਨੇ ਕੇਸ ਕਟਾਏ ਨੇ? ਕੋਈ ਵੀ ਆਪਣਾ ਵੱਡਾ ਵਡੇਰਾ ਮੈਨੂੰ ਦੱਸ ਦਿਓ ਜਿਹਨੂੰ ਤੁਸੀਂ ਮੰਨਦੇ ਹੋ ਕਿਸੇ ਨੇ ਕੇਸ ਕਟਾਏ ਨੇ, ਕਿਉਂ ਨਹੀਂ ਕਟਾਏ? ਮੈਂ ਕਿਹਾ ਤੇ ਤੁਸੀਂ ਤੇ ਮੈਂ ਕਿਹਾ ਹੁੰਦੂਲੀ ਕਰਦੇ ਹੋ, ਕਿਉਂਕਿ ਜੇ ਤੁਸੀਂ ਕੇਸ ਨਾ ਕਟਾਓ ਜਦੋਂ ਜੰਮਦੇ ਹੋ ਤਾਂ ਫਿਰ ਤੁਸੀਂ ਕੀ ਲੱਗੋਗੇ? ਸਿੱਖ ਹੀ ਲੱਗੋਗੇ ਨਾ। ਇਸ ਕਰਕੇ ਜੰਮਦਾ ਸਿੱਖ ਹੀ ਹੈ। ਸੰਤ ਭਿੰਡਰਾਂ ਵਾਲੇ ਕਹਿੰਦੇ ਸੰਤ ਜੋ ਕੁਛ ਆਪਾਂ ਹੀ ਉਹਨੂੰ ਮੋਲਾ ਹਿੰਦੂ ਬਣਾ ਦਿੰਦੇ ਹਾਂ, ਆਪਾਂ ਹੀ ਉਹਦੀ ਸੁਨਤ ਕਰਕੇ ਉਹਨੂੰ ਮੁਸਲਮਾਨ ਬਣਾ ਦਿੰਦੇ ਹਾਂ, ਪਰ ਉਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਤੇ ਸਿੱਖ ਨਹੀਂ ਭੇਜਦਾ। ਗੱਲ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤਰਾਸਾ ਸਿੰਘ ਦੀ ਸਤਿਗੁਰੂ ਦੀ ਕਿਰਪਾ ਕਰਨ, ਸਾਨੂੰ ਸਿੱਖੀ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ, ਸਾਨੂੰ ਦਾਤਾਂ ਬਖਸ਼ਿਸ਼ ਕਰਨ, ਤਾਂ ਕਿ ਸਾਡਾ ਵੀ ਜੋ ਜਨਮ ਹੈ ਇਹ ਹੋਣਾ ਸਫਲ ਹੋ ਜਾਵੇ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕੀਆ ਕਸੂਰਾ। ਔਰ ਸ਼ਬਦ ਸਰਵਣ ਸੁਣੀਏ। ਉਸ ਤੋਂ ਉਪਰੰਤ ਫਿਰ ਆਪਾਂ ਸਾਰਿਆਂ ਨੇ ਆਨੰਦ ਸਾਹਿਬ ਜੀ ਦਾ ਕੀਰਤਨ ਕਰਨਾ ਹੈ, ਅਰਦਾਸ ਨਾਲ ਜੁੜਨਾ ਹੈ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਔਰ ਸਰਪੰਚਮ ਪਾਤਸ਼ਾਹ ਸਤਿਗੁਰੂ ਜੀ ਕੀ ਕਹਿੰਦੇ ਹਨ? ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ, ਸੋ ਕਹੀਅਤ ਹੈ ਸੂਰਾ। ਜਾਂ ਕੋ ਹਰ ਰੰਗ ਲਾਗੋ ਇਸ ਜੁਗ ਸੋ ਕਹੀਅਤ ਹੈ ਸੂਰਾ।
सगल वसता जग सतगुर पूरा जग सतगुर पूरा जाको हर रंग लागो इस जुग ठाकुर गाये आत्मरंग ठाकुर गाये आत्मरंग सरनी पावन नाम त्यावन सरनी पावन नाम त्यावन सहज सुनाय संगा आत्म जिन सगल वसता जगा सतगुर पूरा जगा सतगुर पूरा जाको हर रंग लागो इस जुग में सुखियत है जन के चरण वसै मेरे हियरा जन के चरण वसै मेरे हियरा संग पुनीता दे जन के चरण वसै मेरे हियरा संग पुनीता
जन की तूर देहो कृपा निध नानक कै सुखाए नानक कै सुखाए नानक कै सुखाए जाको हर रंग लागो इस जुग में सो प्रियत सुरा सो प्रियत है सुरा जाको हर रंग लागो इस जुग में सो प्रियत है सुरा सो प्रियत है सुरा सो प्रियत है सुरा वाहिगुरु। तो आओ सत्संग जी, जान को हर रंग लागो इस युग में सो कईयत है सूरा। जिन्हां नूं प्रभु परमात्मा नाम दा रंग लाउंदा है, ठाकुर गाइए आत्म रंग सरणी पावन नाम ध्यामन सह समामन संग ਦਾ जन्म जो है सफला हो जाता है। सो आओ कीर्तन करते हैं, व्याख्या करते हैं, बाणी पढ़ते हैं, क्योंकि गुरु की जो बाणी है इतिहास है अगमगात बोध है कि बाणी पढ़ते हैं, व्याख्या करते हैं, इतिहास सुनाते हैं, कई भुलां हो जांदियां ने। सो सतगुरु की संगत बख्शण योग है, भुलां चुकां की खिमा करना। आईयां संगतां वालों कीर्तन के सत्कार वजों बेअंत माया हाजिर हुई है। नाम सतगुरु जी आप जानते हैं, चढ़दियां कला हरमदान फतेह बख्शिश करन सतगुरु जी हाजरियां दर प्रवान करन।